ਸ੍ਰੀ ਵਾਹਿਗੁਰੂ ਸਾਹਿਬ ਜੀ। ਗਨ ਕਾ ਪਾਪਣ ਹੋਏ ਕੈ, ਪਾਪਾਂ ਦਾ ਗਲ ਹਾਰ ਪਰੋਤਾ। ਮਹਾਂਪੁਰਖ ਆਚਾਣ ਚੱਕ, ਗਨ ਕਾ ਵਾੜੇ ਆਏ ਖਲੋਤਾ। ਦੁਰਮਤ ਦੇਖ ਦਇਆਲ ਹੋਏ, ਹੱਥਹੁ ਉਸਨੂੰ ਦਿੱਤੋਨ ਤੋਤਾ। ਰਾਮ ਨਾਮ ਉਪਦੇਸ ਕਰ, ਖੇਲ ਗਿਆ ਦੇ ਵਣਜ ਸੋਤਾ। ਲਿਵ ਲੱਗੀ ਤਿਸ ਤੋਤਿਆਹੋਂ, ਨਿਤ ਪੜ੍ਹਾਏ ਕਰੈ ਅਸੋਤਾ। ਪਤਤ ਉਦਾਹਰਣ ਰਾਮ ਨਾਮ, ਦੁਰਮਤ ਪਾਪ ਕਲੇਵਰ ਧੋਤਾ। ਅੰਤ ਕਾਲ ਜਮ ਜਾਲ ਤੋੜ, ਨਰਕੈ ਵਿੱਚ ਨ ਖਾਧੁਸ ਗੋਤਾ। ਗਈ ਬੈਕੁੰਠ ਬਿਬਾਣ ਚੜ੍ਹ, ਨਉ ਨਰਾਇਣ ਛੋਤ ਅਛੋਤਾ। ਥਾਉ ਨਿਥਾਵੇਂ ਮਾਣ ਮਣੋਤਾ, ਥਾਉ ਨਿਥਾਵੇਂ ਮਾਣ ਮਣੋਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਬਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀ 10ਵੀਂ ਵਾਰ ਦੀ 21ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ 21ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਇੱਕ ਗਨਕਾ ਵੇਸ਼ਵਾ ਦਾ ਜ਼ਿਕਰ ਕੀਤਾ ਹੈ, ਜੋ ਜੀਵਨ ਉਹਦਾ ਪਹਿਲਾਂ ਵਿਵਚਾਰ ਕਰਨ ਵਾਲਾ ਸੀ, ਪਰ ਇੱਕ ਸਾਧੂ ਦੀ ਸੰਗਤ ਨੇ ਉਹਦੇ ਜੀਵਨ ਦੇ ਵਿੱਚ ਵੱਡਾ ਬਦਲਾਅ ਲਿਆਂਦਾ। ਤੋਤੇ ਨੂੰ ਰਾਮ ਨਾਮ ਜਪਾਉਂਦਿਆਂ ਹੋਇਆਂ ਉਹਦਾ ਉਧਾਰ ਹੋ ਗਿਆ, ਉਹ ਸੰਸਾਰ ਤੋਂ ਤਰ ਗਈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਸਾਹਿਬ ਦਾ ਬਚਨ ਹੈ, ਸੂਆ ਪੜਾਵਤ ਗਨਕਾ ਤਰੀ, ਸੋ ਹਰ ਨੈਨਹੁ ਕੀ ਪੂਤਰੀ। ਤੋਤੇ ਨੂੰ ਪੜਾਉਂਦਿਆਂ ਹੋਇਆਂ ਗਨਕਾ ਦਾ ਪਾਰ ਉਤਾਰਾ ਹੋ ਗਿਆ। ਸੋ ਇਸ 21ਵੀਂ ਪੌੜੀ ਦੇ ਵਿੱਚ ਗਨਕਾ, ਉਹਦੇ ਬਾਰੇ ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ ਨੇ। ਪਿਆਰ ਭਾਵਨਾ ਦੇ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ। ਗਨਕਾ ਪਾਪਣ ਹੋਏ ਕੈ, ਪਾਪਾਂ ਦਾ ਗਲ ਹਾਰ ਪਰੋਤਾ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਆ, ਗਨਕਾ ਵੇਸ਼ਵਾ, ਜਿਵੇਂ ਪਹਿਲਾਂ ਜ਼ਿਕਰ ਕੀਤਾ ਮਹਾਰਾਜ ਦੀ ਬਾਣੀ ਵਿੱਚ ਵੀ ਇਹਦਾ ਜ਼ਿਕਰ ਆਇਆ ਹੈ। ਇਹ ਗਨਕਾ ਵੇਸ਼ਵਾ ਪਾਪ ਕਰਮ ਕਰ ਕਰਕੇ ਵੱਡੀ ਪਾਪਣ ਬਣ ਗਈ
ਤੇ ਪਾਪਾਂ ਦਾ ਹਾਰ ਇਸ ਨੇ ਆਪਣੇ ਗਲੇ ਵਿੱਚ ਪਰੋ ਲਿਆ। ਪਾਪਾਂ ਦਾ ਗਲ ਹਾਰ ਪਰੋਤਾ। ਪਾਪਾਂ ਦਾ ਗਲ ਵਿੱਚ ਹਾਰ ਪਰੋ ਲੈਣ ਦਾ ਮਤਲਬ ਹੈ ਹਰ ਵੇਲੇ ਪਾਪ ਕਰਮ ਕਰਨ ਦੇ ਵਿੱਚ ਹੀ ਗ੍ਰਸਤ ਰਹਿੰਦੀ ਸੀ, ਹਰ ਵੇਲੇ ਪਾਪਾਂ ਦੇ ਵਿੱਚ ਹੀ ਰੁੱਝੀ ਰਹਿੰਦੀ ਸੀ। ਸੋ ਇਹ ਵੇਸ਼ਵਾ, ਇਹਦਾ ਜੀਵਨ ਬਹੁਤ ਹੀ ਜ਼ਿਆਦਾ ਗਿਰਿਆ ਹੋਇਆ ਸੀ। ਮਹਾਂਪੁਰਖ ਆਚਾਣ ਚੱਕ, ਗਨਕਾ ਵਾੜੇ ਆਏ ਖਲੋਤਾ। ਇੱਕ ਦਿਨ ਕੀ ਹੋਇਆ, ਇੱਕ ਪਰਮੇਸ਼ਰ ਦੇ ਪਿਆਰੇ ਸੰਤ ਮਹਾਂਪੁਰਖ ਸਾਧੂ ਜਨ, ਉਹ ਅਚਨਚੇਤ ਹੀ ਗਨਕਾ ਦੇ ਵਿਹੜੇ ਵਿੱਚ ਆ ਖਲੋਤੇ। ਸਾਖੀਕਾਰਾਂ ਨੇ ਜ਼ਿਕਰ ਕੀਤਾ ਹੈ ਕਿ ਇਹ ਮਹਾਂਪੁਰਖ ਆਸਰਾ ਲੱਭ ਰਹੇ ਸੀ। ਸਿਆਲ ਦੇ ਦਿਨ ਸਨ, ਮੀਂਹ ਪੈ ਰਿਹਾ ਸੀ ਤੇ ਸ਼ਹਿਰ ਤੋਂ ਬਾਹਰ ਇੱਕ ਛੰਨ ਦੇ ਵਿੱਚ ਰਹਿੰਦੇ ਸਨ। ਉਹ ਛੰਨ ਜ਼ਿਆਦਾ ਮੀਂਹ ਹਨੇਰੀ ਦੇ ਨਾਲ ਚੋਣ ਲੱਗ ਪਈ, ਉੱਥੇ ਪਾਣੀ ਆ ਗਿਆ ਤੇ ਮਹਾਂਪੁਰਖਾਂ ਦਾ ਇੱਕ ਸੰਗੀ ਸਾਥੀ ਸੀ, ਪਿੰਜਰੇ ਵਿੱਚ ਉਹਨਾਂ ਤੋਤਾ ਰੱਖਿਆ ਸੀ, ਜਿਹਨੂੰ ਸਿਖਾਇਆ ਸੀ ਪਰਮਾਤਮਾ ਦਾ ਨਾਮ ਬੋਲਣਾ, ਕਿਉਂਕਿ ਤੋਤਾ ਬੋਲ ਲੈਂਦਾ ਹੈ। ਕਈ ਸਾਖੀਆਂ ਉਹਨੂੰ ਸੁਣਾਈਆਂ ਸਨ। ਤੇ ਜਦੋਂ ਬਹੁਤਾ ਮੀਂਹ ਪਿਆ ਤੇ ਉਹ ਮਹਾਂਪੁਰਖ ਨਾਲ ਦੇ ਸਾਥੀ ਤੋਤੇ ਦਾ ਪਿੰਜਰਾ ਫੜ ਕੇ ਤੁਰ ਪਏ। ਕਹਿੰਦੇ ਚੱਲ ਆਪਾਂ ਕਿਸੇ ਹੋਰ ਥਾਂ ਆਸਰਾ ਭਾਲਦੇ ਹਾਂ। ਸ਼ਹਿਰ ਵਿੱਚ ਆ ਗਏ, ਉਸ ਬਾਜ਼ਾਰ ਵਿੱਚ ਜਿੱਥੇ ਇਸ ਗਨਕਾ ਦਾ ਵੇਸ਼ਵਾ ਦਾ ਘਰ ਸੀ। ਮਨ ਵਿੱਚ ਸੋਚਿਆ ਕਿ ਇੱਥੇ ਆਸਰਾ ਮਿਲ ਜਾਏਗਾ। ਸੋ ਭਾਈ ਗੁਰਦਾਸ ਸਾਹਿਬ ਉਹਦਾ ਜ਼ਿਕਰ ਕਰ ਰਹੇ ਹੈ। ਮਹਾਂਪੁਰਖ ਆਚਾਣ ਚੱਕ, ਗਨਕਾ ਵਾੜੇ ਆਏ ਖਲੋਤਾ। ਗਨਕਾ ਦੇ ਵਿਹੜੇ ਦੇ ਵਿੱਚ ਆ ਖਲੋਤੇ। ਗਨਕਾ ਨੇ ਵੇਖਿਆ, ਬਸਤਰ ਦਿੱਤੇ ਸੁੱਕੇ, ਸੇਵਾ ਕੀਤੀ। ਉਹਦਾ ਕੰਮ ਸੀ ਵੇਸ਼ਵਾਪੁਣਾ। ਪਰ ਜਿਸ ਵੇਲੇ ਮਹਾਂਪੁਰਖਾਂ ਨੇ ਵੇਖਿਆ ਵੀ ਮੈਂ ਤਾਂ ਗਲਤ ਥਾਂ 'ਤੇ ਆ ਚੁੱਕਾ ਹਾਂ, ਤਾਂ ਫਿਰ ਉਹਨਾਂ ਦੇ ਮਨ ਵਿੱਚ ਦਿਆਲਤਾ ਆ ਗਈ ਵੀ ਇਹਨੂੰ ਪਾਪਾਂ ਦੇ ਵਿੱਚੋਂ ਬਾਹਰ ਕਿਵੇਂ ਕੱਢਣਾ ਹੈ, ਇਹਦੇ ਜੀਵਨ ਨੂੰ ਕਿਵੇਂ ਪਵਿੱਤਰ ਬਣਾਉਣਾ ਹੈ। ਭਾਈ ਗੁਰਦਾਸ ਸਾਹਿਬ ਜ਼ਿਕਰ ਕਰ ਰਹੇ ਹੈ, ਦੁਰਮਤ ਦੇਖ ਦਇਆਲ ਹੋਏ, ਹੱਥਹੁ ਉਸਨੋ ਦਿੱਤੋਨ ਤੋਤਾ। ਇਹ ਮਹਾਂਪੁਰਖਾਂ ਦੀ ਨਿਸ਼ਾਨੀ ਹੁੰਦੀ ਹੈ। ਦੁਰਮਤ ਨੂੰ ਵੇਖ ਕੇ ਦਿਆਲੂ ਹੋ ਜਾਂਦੇ ਹੈ। ਨਹੀਂ ਤਾਂ ਆਮ ਸੰਸਾਰੀ ਬਹੁਤੇ ਲੋਕ ਨਾ ਕਿਸੇ ਪਾਪੀ ਨੂੰ ਵੇਖ ਕੇ ਉਹਦੇ ਨਾਲ ਨਫ਼ਰਤ ਕਰਦੇ ਹੈ, ਧੱਕੇ ਦਿੰਦੇ ਹੈ, ਤੂੰ ਪਾਪ ਕਰਮ ਕੀਤੇ ਹੈ। ਪਰ ਸਾਧੂ ਉਹ ਪੂਰਨ ਸੀ ਮਹਾਂਪੁਰਖ, ਵੇਖਿਆ ਵੀ ਭੈੜੀ ਮੱਤ ਦੇ ਵਿੱਚ ਗ੍ਰਸੀ ਹੋਈ ਹੈ ਔਰ ਜੀਵਨ ਦਾ ਆਚਾਰ ਕਰਤੱਵ ਭਲਾ ਨਹੀਂ ਹੈ, ਇਹਦੇ ਜੀਵਨ ਨੂੰ ਸਵਾਰਨਾ, ਪਵਿੱਤਰ ਕਰਨਾ ਹੈ। ਤਾਂ ਮਨ ਵਿੱਚ ਉਹਨਾਂ ਮਹਾਂਪੁਰਖਾਂ ਦੇ ਦਿਆਲਤਾ ਆ ਗਈ। ਹੱਥਹੁ ਉਸਨੋ ਦਿੱਤੋਨ ਤੋਤਾ, ਤੇ ਆਪਣੇ ਹੱਥੀਂ ਜੋ ਪਿੰਜਰੇ ਵਿੱਚ ਤੋਤਾ ਸੀ ਉਹ ਉਸ ਵੇਸ਼ਵਾ ਨੂੰ ਦੇ ਦਿੱਤਾ। ਰਾਮ ਨਾਮ ਉਪਦੇਸ਼ ਕਰ, ਖੇਲ ਗਿਆ ਦੇ ਵਣਜ ਸੋਤਾ। ਪਰਮਾਤਮਾ ਦੇ ਨਾਮ ਜਪਣ ਦਾ ਉਪਦੇਸ਼ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਖੇਲ ਗਿਆ, ਉਹ ਮਹਾਂਪੁਰਖ ਚਲਿਆ ਗਿਆ। ਦੇ ਵਣਜ ਸੋਤਾ, ਕਹਿੰਦੇ ਵਪਾਰ ਜਿਹੜਾ ਨਾ ਨਫੇ ਵਾਲਾ ਸੀ, 100 ਗੁਣਾ ਨਫੇ ਵਾਲਾ ਵਪਾਰ ਦੇ ਕੇ ਉਹ ਮਹਾਂਪੁਰਖ ਚਲਿਆ ਗਿਆ। ਤੋਤਾ ਦਿੱਤਾ। ਗਨਕਾ ਨੂੰ ਕਿਹਾ ਤੂੰ ਨਿੱਤ ਉੱਠ ਕੇ ਸਵੇਰੇ ਇਹਨੂੰ ਰਾਮ ਨਾਮ ਜਪਾਇਆ ਕਰੀ, ਨਾਲ ਆਪ ਜਪਿਆ ਕਰੀ। ਗਨਕਾ ਦੇ ਮਨ ਨੂੰ ਗੱਲ ਭਾ ਗਈ ਕਿ ਪਾਪਾਂ ਦੇ ਵਿੱਚ ਜ਼ਿੰਦਗੀ ਲੰਘਾ ਦਿੱਤੀ ਹੈ, ਕਿੰਨਾ ਸਮਾਂ ਅਜਾਈਂ ਗਵਾ ਦਿੱਤਾ, ਇਸ ਮਹਾਂਪੁਰਖ ਦੇ ਬਚਨ ਮੰਨ ਲਈਏ। ਸੋ ਉਹ ਤੋਤਾ ਰੱਖ ਲਿਆ ਗਨਕਾ ਨੇ ਤੇ ਮਹਾਂਪੁਰਖ ਚਲੇ ਗਏ।
ਲਿਵ ਲੱਗੀ ਤਿਸ ਤੋਤਿਆਹੋਂ, ਨਿਤ ਪੜ੍ਹਾਏ ਕਰੈ ਅਸੋਤਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਜਿਹੜਾ ਤੋਤਾ ਦਿੱਤਾ ਸੀ ਨਾ ਮਹਾਂਪੁਰਖਾਂ ਨੇ, ਗਨਕਾ ਸਵੇਰੇ ਉੱਠਦੀ ਹੈ, ਇਸ਼ਨਾਨ ਕਰਦੀ ਹੈ, ਬੋਲ ਗੰਗਾ ਰਾਮ ਰਾਮ ਰਾਮ, ਉਹ ਰਾਮ ਰਾਮ ਬੋਲਦਾ ਹੈ, ਨਾਲ ਆਪ ਬੋਲਦੀ ਹੈ। ਪਰਮਾਤਮਾ ਦਾ ਨਾਮ ਐਸੀ ਸ਼ਕਤੀ ਵਾਲਾ, ਸਮਰੱਥਾ ਵਾਲਾ ਹੈ। ਤੋਤੇ ਨੂੰ ਨਾਮ ਜਪਾਉਂਦਿਆਂ ਗਨਕਾ ਦੀ ਲਿਵ ਪਰਮਾਤਮਾ ਦੇ ਚਰਨਾਂ ਵਿੱਚ ਲੱਗ ਗਈ। ਲਿਵ ਲੱਗੀ, ਪਾਠ ਲੱਗੀ ਹੈ, ਲਿਵ ਲੱਗੀ ਤਿਸ ਤੋਤਿਆਹੋਂ। ਉਸ ਤੋਤੇ ਨੂੰ ਰਾਮ ਨਾਮ ਜਪਾਉਂਦਿਆਂ ਗਨਕਾ ਦੀ ਲਿਵ ਲੱਗ ਗਈ। ਵਾਹਿਗੁਰੂ ਦੇ ਚਰਨਾਂ ਵਿੱਚ ਨਿਤ ਪੜ੍ਹਾਏ ਕਰੈ ਅਸੋਤਾ, ਅਤੇ ਨਿਤ ਹੀ ਉਸ ਨੂੰ ਰਾਮ ਦਾ ਨਾਮ ਪੜ੍ਹਾਉਂਦੀ ਹੈ, ਭਾਵ ਜਪਾਉਂਦੀ ਹੈ, ਆਪ ਜਪਦੀ ਹੈ। ਕਰੈ ਅਸੋਤਾ, ਅਸੋਤਾ ਤੋਂ ਭਾਵ ਜਾਗ ਕੇ। ਸਵੇਰੇ ਅੰਮ੍ਰਿਤ ਵੇਲੇ ਉੱਠਦੀ ਹੈ, ਇਸ਼ਨਾਨ ਕਰਦੀ ਹੈ, ਅਤੇ ਤੋਤੇ ਨੂੰ ਰਾਮ ਦਾ ਨਾਮ ਜਪਾਉਂਦੀ ਹੈ। ਇਸ ਤਰ੍ਹਾਂ ਚੰਗੀ ਸੁਰਤ ਲੱਗ ਗਈ ਵਾਹਿਗੁਰੂ ਦੇ ਚਰਨਾਂ ਵਿੱਚ। ਪਤਤ ਉਦਾਹਰਣ ਰਾਮ ਨਾਮ, ਦੁਰਮਤ ਪਾਪ ਕਲੇਵਰ ਧੋਤਾ। ਪਰਮਾਤਮਾ ਦਾ ਨਾਮ ਐਸਾ ਸਮਰੱਥਾ ਸ਼ਕਤੀ ਵਾਲਾ ਹੈ ਕਿ ਇਹ ਪਾਪੀਆਂ ਦਾ ਵੀ ਭਲਾ ਕਰ ਦਿੰਦਾ, ਪਾਰ ਉਤਾਰਾ ਕਰ ਦਿੰਦਾ ਹੈ। ਦੁਰਮਤ ਪਾਪ ਕਲੇਵਰ ਧੋਤਾ, ਦੁਰਮਤ ਨੂੰ, ਭੈੜੀ ਮਤ ਨੂੰ ਦੂਰ ਕਰ ਦਿੰਦਾ ਹੈ, ਧੋ ਦਿੰਦਾ ਹੈ। ਸਰੀਰ ਦੇ ਪਾਪਾਂ ਨੂੰ ਧੋ ਦਿੰਦਾ ਹੈ, ਪਵਿੱਤਰ ਕਰ ਦਿੰਦਾ ਹੈ। ਸੋ ਇਹ ਜਿਹੜੀ ਗਨਕਾ ਸੀ, ਤੋਤੇ ਨੂੰ ਰਾਮ ਨਾਮ ਜਪਾਉਂਦੀ ਰਹੀ, ਪਾਪ ਕਰਮ ਕਰਨੇ ਛੱਡ ਦਿੱਤੇ, ਲਿਵ ਲੱਗ ਗਈ ਪਰਮਾਤਮਾ ਦੇ ਚਰਨਾਂ ਵਿੱਚ। ਜਿਹੜੀ ਇੱਕ ਵੇਸ਼ਵਾ ਸੀ, ਐਸਤਾ ਐਸਤਾ ਉਹਦਾ ਜੀਵਨ ਇੱਕ ਸੰਤ ਵਾਲਾ ਬਣ ਗਿਆ। ਹੁਣ ਕੋਈ ਫੋਕੇ ਹਾਰ ਸ਼ਿੰਗਾਰ ਨਹੀਂ ਕਰਦੀ, ਸਾਦਾ ਲਿਬਾਸ ਰੱਖਦੀ ਹੈ। ਜਿਹੜੇ ਲੋਕ ਪਹਿਲਾਂ ਆਉਂਦੇ ਹੁੰਦੇ ਸੀ, ਹੁਣ ਸਾਰੇ ਉਹ ਲੋਕ ਆਉਣੇ ਬੰਦ ਹੋ ਗਏ। ਹੁਣ ਤਾਂ ਆਪਣੇ ਘਰ ਦੇ ਵਿੱਚ ਸਦਾ ਪਰਮਾਤਮਾ ਦੇ ਨਾਮ ਨੂੰ ਜਪਦੀ ਰਹਿੰਦੀ ਹੈ। ਭੈੜੀ ਮੱਤ ਦੂਰ ਹੋ ਗਈ, ਅਤੇ ਰਾਮ ਦਾ ਨਾਮ ਜਪਦਿਆਂ ਜਪਦਿਆਂ ਇਹ ਪਵਿੱਤਰ ਹੋ ਗਈ। ਸਾਰੇ ਪਾਪ ਇਹਦੇ ਦੂਰ ਹੋ ਗਏ। ਐਸਾ ਪਰਮਾਤਮਾ ਦਾ ਨਾਮ ਹੈ ਸ਼ਕਤੀ ਵਾਲਾ। ਅੰਤ ਕਾਲ ਜਮਜਾਲ ਤੋੜ, ਨਰਕੈ ਵਿੱਚ ਨਾ ਖਾਧੋ ਸੋ ਗੋਤਾ। ਭਾਈ ਗੁਰਦਾਸ ਜੀ ਕਹਿੰਦੇ, ਅੰਤ ਵੇਲੇ ਜਮਜਾਲ, ਜਮਾਂ ਦੀਆਂ ਫਾਹੀਆਂ ਨੂੰ ਕੱਟ ਦਿੱਤਾ ਪਰਮਾਤਮਾ ਦੇ ਨਾਮ ਨੇ। ਨਰਕੈ ਵਿੱਚ ਨਾ ਖਾਧੋ ਸੋ ਗੋਤਾ, ਅਤੇ ਇਸ ਗਨਕਾ ਨੇ ਨਰਕਾਂ ਵਿੱਚ ਗੋਤਾ ਨਹੀਂ ਖਾਧਾ, ਫਿਰ ਇਹ ਨਰਕਾਂ ਵਿੱਚ ਨਹੀਂ ਪਈ। ਇੰਨਾ ਪਰਮਾਤਮਾ ਦਾ ਨਾਮ ਸਮਰੱਥਾ ਵਾਲਾ ਹੈ, ਪਾਪ ਕਰਮ ਕਰਨ ਵਾਲੇ ਪਾਪੀਆਂ ਦਾ ਉਧਾਰ ਕਰ ਦਿੰਦਾ ਹੈ। ਵੇਸ਼ਵਾ ਉਧਰ ਗਈ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ, ਅਤੇ ਜਿਹੜਾ ਵੀ ਬੰਦਾ ਪਰਮਾਤਮਾ ਦਾ ਸਿਮਰਨ ਕਰੇਗਾ ਉਹਦਾ ਭਲਾ ਜ਼ਰੂਰ ਹੁੰਦਾ ਹੈ। ਗਈ ਬੈਕੁੰਠ ਬਿਬਾਣ ਚੜ, ਨਉ ਨਰਾਇਣ ਛੋਤ ਅਛੋਤਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਸਵਾਸ ਨਿਕਲਣ 'ਤੇ ਫਿਰ ਬਿਵਾਨ 'ਤੇ ਚੜ੍ਹ ਕੇ ਬੈਕੁੰਠ ਨੂੰ ਚਲੀ ਗਈ। ਨਾਉ ਨਰਾਇਣ ਛੋਤ ਅਛੋਤਾ, ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਗਨਕਾ ਵੀ ਪਵਿੱਤਰ ਜੀਵਨ ਜਦੋਂ ਬਣ ਗਿਆ ਅਤੇ ਪਰਮਾਤਮਾ ਦੇ ਘਰ ਦੇ ਵਿੱਚ ਚਲੀ ਗਈ। ਵਾਹਿਗੁਰੂ ਨੇ, ਪਰਮਾਤਮਾ ਨੇ ਵੇਖਿਆ ਕਿ ਹੁਣ ਇਹਦਾ ਜੀਵਨ ਪਵਿੱਤਰ ਹੋ ਗਿਆ, ਅਤੇ ਜਿੱਥੇ ਉਹ ਰੋਜ਼ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪਿੰਜਰੇ ਦੇ ਵਿੱਚ ਤੋਤੇ ਨੂੰ ਉਠਾਉਂਦੀ ਸੀ, ਉਹਨੂੰ ਜਪਾਉਂਦੀ ਸੀ। ਇੱਕ ਦਿਨ ਮਾਲਕ ਨੇ ਆਪ ਹੀ ਖੇਡ ਰਚੀ, ਆਪਣਾ ਦੂਤ ਭੇਜ ਦਿੱਤਾ ਸੱਪ ਦੇ ਰੂਪ ਵਿੱਚ। ਪਹਿਲਾਂ ਤਾਂ ਉਸ ਸੱਪ ਨੇ ਤੋਤੇ ਨੂੰ ਡੰਗਿਆ, ਅਤੇ ਉਹ ਤੋਤਾ ਉਹ ਸਰੀਰ ਛੱਡ ਗਿਆ। ਜਦੋਂ ਸਵੇਰੇ ਵੇਸ਼ਵਾ ਆਪ ਆਈ, ਆਵਾਜ਼ ਦਿੱਤੀ, ਗੰਗਾ ਰਾਮ ਬੋਲਿਆ ਨਾਮ,
ਪਿੰਜਰਾ ਖੋਲ੍ਹ ਕੇ ਜਦੋਂ ਹੱਥ ਦੇ ਨਾਲ ਥਪਥ ਪਾਉਣ ਲੱਗੀ, ਉੱਥੇ ਸੱਪ ਸੀ, ਡੰਗ ਮਾਰਿਆ। ਉਸੇ ਵੇਲੇ ਹੀ ਸਵਾਸ ਨਿਕਲ ਗਏ ਅਤੇ ਗਨਕਾ ਜਿਹੜੀ ਪਾਪਣ ਸੀ ਉਹਦਾ ਉਧਾਰ ਹੋ ਗਿਆ। ਸੋ ਭਾਈ ਗੁਰਦਾਸ ਜੀ ਕਹਿੰਦੇ ਨੇ, ਗਈ ਬੈਕੁੰਠ ਬਿਵਾਨ ਚੜ੍ਹ, ਨਾਉ ਨਰਾਇਣ ਛੋਤ ਅਛੋਤਾ। ਬਿਵਾਨ 'ਤੇ ਚੜ੍ਹ ਕੇ ਬੈਕੁੰਠ ਨੂੰ ਚਲੀ ਗਈ। ਪਰਮਾਤਮਾ ਦਾ ਨਾਮ ਪਤਿਤ ਲੋਕਾਂ ਨੂੰ ਵੀ ਪਵਿੱਤਰ ਕਰ ਦੇਣ ਵਾਲਾ ਹੈ, ਨਾਉ ਨਰਾਇਣ। ਸੋ ਵਾਹਿਗੁਰੂ ਦਾ ਨਾਮ ਐਸਾ ਸ਼ਕਤੀ ਅਤੇ ਸਮਰੱਥਾ ਵਾਲਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਪ੍ਰਕਾਸ਼ਿਤ ਹਨ, ਉੱਥੇ ਨਰਾਇਣ ਦੇ ਥਾਂ 'ਤੇ ਪਾਠ ਰਸਾਇਣ ਹੈ। ਇਹ ਵਿਦਿਆਰਥੀਆਂ ਲਈ ਬੇਨਤੀ ਹੈ, ਨਾਉ ਰਸਾਇਣ ਇਹ ਵੀ ਪਾਠ ਹੈ। ਪਰਮਾਤਮਾ ਦਾ ਨਾਮ ਐਸਾ ਰਸਾਇਣ ਕਿ ਜਿਹੜਾ ਪਾਪੀਆਂ ਨੂੰ ਵੀ ਪਵਿੱਤਰ ਜੀਵਨ ਵਾਲਾ ਬਣਾ ਦਿੰਦਾ ਹੈ। ਥਾਉ ਨਿਥਾਵੇਂ ਮਾਣ ਮਣੋਤਾ, ਨਿਥਾਵਿਆਂ ਨੂੰ ਥਾਂ ਦੇਣ ਵਾਲਾ ਹੈ, ਨਿਮਾਣਿਆਂ ਨੂੰ ਮਾਣ ਦੇਣ ਵਾਲਾ ਪਰਮਾਤਮਾ ਦਾ ਨਾਮ ਹੈ। ਸੋ ਇਸ ਲਈ ਨਾਮ ਜਪੀਏ। ਇਹ ਪ੍ਰਸੰਗ ਇਸ ਕਥਾ ਤੋਂ ਭਾਈ ਗੁਰਦਾਸ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਜੋ ਪਰਮਾਤਮਾ ਦਾ ਨਾਮ ਹੈ, ਜੇ ਕੋਈ ਸ਼ਰਧਾ ਰੱਖ ਕੇ ਪਾਪੀ ਵੀ ਜਪੇ, ਉਹਦਾ ਵੀ ਉਧਾਰ ਹੋ ਜਾਂਦਾ। ਉਹ ਪਾਪ ਕਰਮਾਂ ਨੂੰ ਛੱਡ ਕੇ ਪਵਿੱਤਰ ਆਤਮਾ ਬਣ ਕੇ ਪਰਮਾਤਮਾ ਦੇ ਦਰ ਘਰ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਦੂਜਾ ਇਹ ਸਿੱਖਿਆ ਦਿੱਤੀ ਹੈ ਵੀ ਜਿਹੜੇ ਰੱਬ ਦੇ ਪਿਆਰੇ ਸੰਤ ਸਾਧੂ ਸਤਿਪੁਰਸ਼ ਹੁੰਦੇ ਹੈ, ਉਹ ਦੁਰਮਤ ਨੂੰ ਵੇਖ ਕੇ ਦਿਆਲੂ ਹੁੰਦੇ ਹੈ, ਨਫ਼ਰਤ ਨਹੀਂ ਕਰਦੇ। ਜੇ ਕੋਈ ਪਾਪ ਕਰਮ ਕਰ ਰਿਹਾ ਹੈ, ਗਲਤ ਕੰਮ ਕਰ ਰਿਹਾ ਹੈ, ਅਤੇ ਸਾਧੂ ਸੰਤ ਜਨ ਕੀ ਕਰਦੇ ਹੈ, ਉਹਨੂੰ ਸਿੱਖਿਆ ਦਿੰਦੇ ਹੈ, ਭਾਈ ਇਹ ਕੰਮ ਨਾ ਕਰਿਆ ਕਰ। ਫਿਰ ਇਹੋ ਜਿਹੇ ਆਹਰ ਵਿੱਚ ਲਾ ਦਿੰਦੇ ਹੈ, ਜਿਵੇਂ ਉਹਨਾਂ ਸਾਧੂਆਂ ਨੇ ਗਨਕਾ ਨੂੰ ਤੋਤਾ ਦਿੱਤਾ ਵੀ ਰਾਮ ਨਾਮ ਜਪਾਇਆ ਕਰ, ਅਤੇ ਇਸ ਆਹਰ ਦੇ ਵਿੱਚ ਲੱਗੀ, ਉਹਦੀ ਸੁਰਤ ਲੱਗ ਗਈ ਅਤੇ ਉਹਦਾ ਭਲਾ ਹੋ ਗਿਆ। ਸੋ ਇਹ ਸਿੱਖਿਆ ਦਿੱਤੀ ਹੈ ਭਾਈ ਗੁਰਦਾਸ ਸਾਹਿਬ ਜੀ ਨੇ। ਹੁਣ ਇਸ ਤੋਂ ਅੱਗੇ 22ਵੀਂ ਪੌੜੀ ਦੇ ਵਿੱਚ ਜੋ ਪੂਤਨਾ ਪਾਪਣ ਪੂਤਨਾ ਸੀ, ਉਹਦਾ ਕਿਵੇਂ ਉਧਾਰ ਹੋਇਆ, ਇਸ ਕਥਾ ਦਾ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰ ਰਹੇ ਹੈ। ਆਈ ਪਾਪਣ ਪੂਤਨਾ, ਦੁਹੀ ਥਣੀ ਵੇਹੁਲਾਏ ਵਹੇਲੀ। ਪਾਪਣ ਪੂਤਨਾ ਕੰਸ ਦੀ ਭੇਜੀ ਹੋਈ ਆਈ। ਕੰਸ ਸ੍ਰੀ ਕ੍ਰਿਸ਼ਨ ਜੀ ਨੂੰ ਮਾਰਨਾ ਚਾਹੁੰਦਾ ਸੀ, ਅਤੇ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ ਉਹਨੇ ਯਤਨ ਤਾਂ ਬੜੇ ਕੀਤੇ, ਪਰ ਸਫਲ ਨਹੀਂ ਹੋ ਸਕਿਆ। ਉਹਨਾਂ ਯਤਨਾਂ ਵਿੱਚੋਂ ਇੱਕ ਯਤਨ ਇਹ ਸੀ ਕਿ ਇਹ ਪਾਪਣ ਪੂਤਨਾ ਇਹਨੂੰ ਭੇਜਿਆ ਕਿ ਤੂੰ ਕ੍ਰਿਸ਼ਨ ਜੀ ਨੂੰ ਆਪਣੇ ਅਸਥਨਾਂ ਦੇ ਉੱਤੇ ਜ਼ਹਿਰ ਲਾ ਕੇ ਅਸਥਨ ਮੁੱਖ ਵਿੱਚ ਪਾ ਕੇ ਅਤੇ ਬੱਚੇ ਦਾ ਅੰਤ ਕਰ ਦੇਵੇਂ। ਸੋ ਭਾਈ ਗੁਰਦਾਸ ਜੀ ਉਹਦਾ ਜ਼ਿਕਰ ਕਰ ਰਹੇ ਨੇ। ਦੁਹੀ ਥਣੀ ਵੇਹੁਲਾਏ ਵਹੇਲੀ, ਆਪਣੇ ਦੋਹਾਂ ਹੀ ਅਸਥਨਾਂ ਦੇ ਉੱਤੇ ਜ਼ਹਿਰ ਲਾ ਕੇ ਆਈ। ਵਹੇਲੀ ਅੰਦਰੋਂ ਵੀ ਜ਼ਹਿਰ ਵਾਲੀ ਖੋਟੀ ਸੀ ਪਾਪਣ ਪੂਤਨਾ। ਆਏ ਬੈਠੀ ਪਰਵਾਰ ਵਿੱਚ, ਨੇਹੋਂ ਲਾਏ ਨਵਹਾਣ ਨਵੇਲੀ। ਅਤੇ ਹਾਰ ਸ਼ਿੰਗਾਰ ਕਰਕੇ ਅਤੇ ਕ੍ਰਿਸ਼ਨ ਜੀ ਦੇ ਘਰੇ ਆ ਕੇ ਪਰਿਵਾਰ ਦੇ ਵਿੱਚ ਬੈਠ ਗਈ। ਭਾਈ ਗੁਰਦਾਸ ਜੀ ਕਹਿੰਦੇ, ਨੇਹੋਂ ਲਾਏ ਨਵਹਾਣ ਨਵੇਲੀ। ਜਿਵੇਂ ਨਵਹਾਣ ਨੌਜਵਾਨ ਨਵੀਂ ਸੱਜਰੀ ਵਿਆਹੀ ਨੇਹੋਂ ਲਾਉਂਦੀ ਹੈ ਨਾ, ਸੋ ਧੋਖੇ ਵਾਲਾ ਪਿਆਰ, ਜਿਵੇਂ ਬੱਚੇ ਨੂੰ ਕੋਈ ਪਿਆਰ ਮੁਹੱਬਤ ਕਰਦਾ ਨਾ, ਉਹ ਧੋਖੇ ਵਾਲਾ ਪਿਆਰ ਕਰਨ ਲੱਗ ਪਈ। ਕੁਛੜ ਲਏ ਗੋਵਿੰਦ ਰਾਏ, ਕਰ ਚੇਟਕ ਚਤੁਰੰਗ ਮਹੇਲੀ। ਕਰ ਚੇਟਕ ਚਤੁਰੰਗ ਮਹੇਲੀ, ਅਤੇ ਚੇਟਕ ਬੜਾ ਚਲਾਕੀ ਵਾਲਾ ਪਿਆਰ ਕਰਨ ਲੱਗ ਪਈ। ਚਤੁਰੰਗ ਜਿਹੜੀ ਚਰਿੱਤਰਾਂ ਦੇ ਵਿੱਚ ਬੜੀ ਪ੍ਰਧਾਨ ਹੋਵੇ, ਇਹੋ ਜਿਹੀ ਇਹ ਪਾਪਣ ਪੂਤਨਾ। ਮਹੇਲੀ, ਮਹੇਲੀ ਦਾ ਭਾਵ ਇਸਤਰੀ,
ਇਹੋ ਜੀ ਇਸਤਰੀ, ਇਹਦੇ ਅੰਦਰ ਛਲ ਹੈ, ਕਪਟ ਹੈ, ਧੋਖੇ ਦੇ ਨਾਲ ਸ੍ਰੀ ਕ੍ਰਿਸ਼ਨ ਜੀ ਨੂੰ ਖਤਮ ਕਰਨ ਦੇ ਵਾਸਤੇ ਆਈ ਹੈ। ਅਤੇ ਕ੍ਰਿਸ਼ਨ ਜੀ ਨੂੰ ਆਪਣੇ ਕੁੱਛੜ ਲੈ ਲਿਆ, ਗੋਦ ਵਿੱਚ ਲੈ ਲਿਆ। ਮੋਹਣ ਮੰਮੇ ਪਾਇਓਨ, ਬਾਹਰ ਆਈ ਗਰਭ ਗਹੇਲੀ। ਅਤੇ ਕ੍ਰਿਸ਼ਨ ਜੀ ਨੂੰ ਕੁੱਛੜ ਚੁੱਕ ਕੇ ਮੋਹਣ ਮੰਮੇ ਪਾਇਓਨ, ਮਨਮੋਹਣੇ ਬਾਲਕ ਸ੍ਰੀ ਕ੍ਰਿਸ਼ਨ ਜੀ ਦੇ ਮੁਖ ਵਿੱਚ ਆਪਣਾ ਅਸਥਨ ਇਸਨੇ ਪਾ ਦਿੱਤਾ, ਜਿਹਦੇ 'ਤੇ ਜ਼ਹਿਰ ਲਾਇਆ ਹੋਇਆ ਸੀ, ਅਤੇ ਹੰਕਾਰ ਵਿੱਚ ਗ੍ਰਸੀ ਹੋਈ ਅਤੇ ਬਾਹਰ ਨੂੰ ਆ ਗਈ ਘਰ ਤੋਂ ਕਿ ਹੁਣ ਇਹਦੀ ਮੌਤ ਹੋ ਜਾਣੀ ਹੈ ਅਤੇ ਮੈਂ ਬਾਹਰ ਇਸ ਬਾਲਕ ਨੂੰ ਸੁੱਟ ਕੇ ਅਤੇ ਚਲੀ ਜਾਵਾਂਗੀ। ਦੇਹ ਵਧਾਏ ਉਚਾਇਨ, ਤਿਹ ਚਰਿਆਰ ਨਾਰ ਅਠ ਖੇਲੀ। ਸ੍ਰੀ ਕ੍ਰਿਸ਼ਨ ਜੀ ਨੂੰ ਚੁੱਕ ਕੇ ਇਹ ਬਾਹਰ ਆਈ। ਤਿਹ ਚਰਿਆਰ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਤਿਹ ਚਰਿਆਰ ਬਿਵਚਾਰਨ, 13 ਤਾਲਣ, ਅਠਕੇਲੀ। ਇਹ ਵੱਡੀ ਚੰਚਲ ਜਿਹੜੀ ਹੈ ਨਾ ਪਾਪਣ ਪੂਤਨਾ, ਜਦੋਂ ਘਰ ਤੋਂ ਬਾਹਰ ਆਈ ਕ੍ਰਿਸ਼ਨ ਜੀ ਨੂੰ ਚੁੱਕ ਕੇ, ਇਹਨੇ ਆਪਣੀ ਦੇਹ ਬਹੁਤ ਵੱਡੀ ਵਧਾ ਲਈ, ਸਰੀਰ ਦਾ ਆਕਾਰ ਬਹੁਤ ਵੱਡਾ ਵਧਾ ਲਿਆ। ਅਤੇ ਹੁਣ ਲੋਆਂ ਦਾ ਭਾਰ ਦੇ, ਚੰਬੜਿਆ ਗਲ ਹੋਏ ਦੁਹੇਲੀ। ਹੁਣ ਸ੍ਰੀ ਕ੍ਰਿਸ਼ਨ ਜੀ ਦੁਆਪਰ ਦੇ ਅਵਤਾਰੀ ਪੁਰਸ਼ ਹਨ। ਉਹਨਾਂ ਨੇ 3 ਲੋਕਾਂ ਦਾ ਭਾਰ ਇਹਦੇ 'ਤੇ ਪਾ ਦਿੱਤਾ। ਇਹ ਦੇਹ ਵਧਾ ਕੇ ਭੱਜਣ ਲੱਗੀ, ਜੰਗਲ 'ਚ ਸੁੱਟ ਜਾਵਾਂਗੀ ਮਾਰ ਕੇ। ਅਤੇ ਕ੍ਰਿਸ਼ਨ ਜੀ ਨੇ 3 ਲੋਕਾਂ ਦਾ ਭਾਰ, ਭਾਵੇਂ ਉਹ ਅਜੇ ਬਾਲ ਅਵਸਥਾ ਵਿੱਚ ਨੇ, 3 ਲੋਕਾਂ ਦਾ ਭਾਰ ਹੀ ਇਹ ਪਾਪਣ ਪੂਤਨਾ 'ਤੇ ਪਾ ਦਿੱਤਾ। ਚੰਬੜਿਆ ਗਲ ਹੋਏ ਦੁਹੇਲੀ, ਅਤੇ ਗਲ ਦੇ ਨਾਲ ਹੀ ਚੰਬੜ ਗਏ। ਮੁੱਖ ਵਿੱਚ ਅਸਥਨ ਪਾਇਆ ਸੀ, ਚੰਗੀ ਤਰ੍ਹਾਂ ਮੁੱਖ ਦੱਬ ਦਿੱਤਾ। ਔਰ ਇਹ ਹੋਏ ਦੁਹੇਲੀ, ਫਿਰ ਇਹ ਬੜੀ ਦੁਖੀ ਹੋਈ। ਖਾਏ ਪਛਾੜ ਪਹਾੜ ਵਾਂਗ, ਜਾਏ ਪਈ ਉਹ ਜਾੜ ਧਕੇਲੀ। ਜਦੋਂ ਕ੍ਰਿਸ਼ਨ ਜੀ ਇਹਦੇ ਗਲ ਦੇ ਨਾਲ ਚੰਬੜ ਗਏ, ਖਾਏ ਪਛਾੜ ਪਹਾੜ ਵਾਂਗ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਦੇਹ ਵਧਾਈ ਸੀ ਭੁਆਂਠਣੀ ਖਾਂਦੀ ਹੋਈ ਪਹਾੜ ਵਾਂਗ। ਇਹ ਜਿਹੜੀ ਪਾਪਣ ਪੂਤਨਾ ਸੀ, ਉਜਾੜ ਦੇ ਵਿੱਚ ਜਿਵੇਂ ਕਿਸੇ ਨੇ ਧੱਕਾ ਦਿੱਤਾ ਹੁੰਦਾ ਹੈ, ਧੜੈਂ ਕਰਦੀ ਉੱਥੇ ਡਿੱਗ ਗਈ, ਅਤੇ ਇਹਦੀ ਮੌਤ ਹੋ ਗਈ। ਕੀਤੀ ਮਾਊ ਤੁਲ ਸਹੇਲੀ, ਭਾਵੇਂ ਆਈ ਸੀ ਕ੍ਰਿਸ਼ਨ ਜੀ ਨੂੰ ਮਾਰਨ ਦੀ ਨੀਤੀ ਦੇ ਨਾਲ, ਪਰ ਉਹਨਾਂ ਦਾ ਬਿਰਧ ਐਸਾ ਹੈ, ਉਹਨਾਂ ਫਿਰ ਵੀ ਮਾਊ ਤੁਲ ਸਹੇਲੀ, ਮਾਂ ਦੀ ਸਹੇਲੀ ਵਾਂਗ ਕਰ ਦਿੱਤਾ। ਭਾਵ ਇਹ ਹੈ ਕਿ ਜਿਹੜੀ ਪਾਪਣ ਪੂਤਨਾ ਸੀ ਨਾ, ਉਹਦਾ ਸ੍ਰੀ ਕ੍ਰਿਸ਼ਨ ਜੀ ਨੇ ਉਧਾਰ ਕਰ ਦਿੱਤਾ। ਸਜ਼ਾ ਤਾਂ ਦੇ ਦਿੱਤੀ, ਪਰ ਫਿਰ ਵੀ ਉਸ ਦਾ ਭਲਾ ਕਰ ਦਿੱਤਾ, ਉਹਦਾ ਜੰਮਣ ਮਰਨ ਕਰ ਦਿੱਤਾ, ਕੱਟ ਦਿੱਤਾ। ਉਸ ਨੂੰ ਮਾਤਾ ਦੀ ਸਹੇਲੀ ਦਾ ਦਰਜਾ ਦੇ ਦਿੱਤਾ, ਉਹਦੀ ਗਤੀ ਕਰ ਦਿੱਤੀ। ਸੋ ਇਸ ਕਥਾ ਦੇ ਵਿੱਚ ਵੀ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਇਹ ਸਿੱਖਿਆ ਦਿੰਦੇ ਹੈ ਕਿ ਮਾਨਸਿਕ ਉੱਚੀਆਂ ਉਡਾਨਾਂ ਵਾਲੇ ਜਿਹੜੇ ਵੱਡੇ ਪੁਰਖ ਹੁੰਦੇ ਹੈ, ਉਹ ਔਗਣਾਂ ਦੇ ਬਦਲੇ ਗੁਣ ਕਰਦੇ ਹੈ। ਉਹ ਤਾਂ ਕ੍ਰਿਸ਼ਨ ਜੀ ਨੂੰ ਮਾਰਨ ਆਈ ਸੀ, ਪਰ ਕ੍ਰਿਸ਼ਨ ਜੀ ਨੇ ਉਹਦਾ ਉਧਾਰ ਕਰ ਦਿੱਤਾ ਉਸ ਦੁਸ਼ਟ ਆਤਮਾ ਦਾ। ਜਿਹੜੇ ਸਤਿਪੁਰਸ਼ ਹੁੰਦੇ ਹੈ, ਉਹ ਦੁਸ਼ਟ ਆਤਮਾਵਾਂ ਦੇ ਨਾਲ ਵੀ ਭਲਾ ਹੀ ਕਰਦੇ ਹੈ ਕਿ ਇਹਦਾ ਵੀ ਭਲਾ ਕਰੀਏ, ਜੰਮਣ ਮਰਨ ਇਸ ਦਾ ਕੱਟਿਆ ਜਾਏ। ਸੋ ਇਹ ਪਾਪਣ ਪੂਤਨਾ ਜਿਹੜੀ ਸੀ, ਇਹਦਾ ਉਧਾਰ ਹੋ ਗਿਆ। ਭਾਈ ਗੁਰਦਾਸ ਸਾਹਿਬ ਦੇ ਇੱਕ ਥਾਂ 'ਤੇ ਹੋਰ ਅਸੀਂ ਬਚਨ ਪੜ੍ਹਦੇ ਹਾਂ, ਜੇਕਰ ਉਧਰੀ ਪੂਤਨਾ ਵੀਹੋ ਪਿਆਵਣ ਕੰਮ ਨਾ ਚੰਗਾ। ਕਿ ਜੇਕਰ ਪੂਤਨਾ ਪਾਪਣ ਦਾ ਉਧਾਰ ਹੋਇਆ, ਵੀਹੋ ਪਿਆਵਣ ਕੰਮ ਨਾ ਚੰਗਾ, ਵੀ ਜਿਹੜਾ ਜ਼ਹਿਰ ਪਿਆਉਣੀ ਇਹ ਕੰਮ ਕੋਈ ਚੰਗਾ ਥੋੜ੍ਹੀ ਹੈ, ਉਹਦਾ ਹੋ ਗਿਆ ਸੀ। ਇਸ ਲਈ ਮਨੁੱਖ ਜਿਹੜਾ ਹੈ ਨਾ, ਐਸੇ ਪਾਪ ਕਰਮ ਨਾ ਕਰੇ, ਸਤਿਗੁਰੂ ਤੋਂ ਸਿੱਖਿਆ ਲੈ ਕਰਕੇ ਆਪਣੇ ਜੀਵਨ ਦੇ ਵਿੱਚ ਚੱਲੇ। ਹੁਣ ਇਸ ਤੋਂ ਅੱਗੇ 10ਵੀਂ ਵਾਰ ਦੀ 23ਵੀਂ ਪੌੜੀ ਹੈ, ਅਤੇ ਇਹ ਅਖੀਰਲੀ ਪੌੜੀ ਹੈ ਇਸ 10ਵੀਂ ਵਾਰ ਦੀ। ਫਿਰ ਇਹ ਵਾਰ ਸੰਪੂਰਨ ਹੋਵੇਗੀ। ਇਸ 23ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ
ਜਿਵੇਂ ਦੁਆਪਰ ਦੇ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਜੀ ਦਾ ਅੰਤ ਹੋਇਆ, ਉਸ ਦਾ ਜ਼ਿਕਰ ਕਰ ਰਹੇ ਹੈ। ਜਾਏ ਸੁੱਤਾ ਪਰਭਾਸ ਵਿੱਚ, ਗੋਡੇ ਉੱਤੇ ਪੈਰ ਪਸਾਰੇ। ਕ੍ਰਿਸ਼ਨ ਜੀ ਪ੍ਰਭਾਸ ਤੀਰਥ ਦੇ ਉੱਤੇ ਜਾ ਕੇ ਗੋਡੇ 'ਤੇ ਪੈਰ ਰੱਖ ਕੇ ਸੁੱਤੇ ਪਏ ਸਨ। ਦੱਖਣ ਦੇ ਵਿੱਚ ਦੁਆਰਾਵਤੀ ਦੇ ਨੇੜੇ ਪ੍ਰਭਾਸ ਤੀਰਥ ਹੈ। ਇਹਨੂੰ ਸੋਮਨਾਥ ਤੀਰਥ ਵੀ ਕਿਹਾ ਜਾਂਦਾ ਹੈ। ਸ੍ਰੀ ਕ੍ਰਿਸ਼ਨ ਜੀ ਯਾਦਵਾਂ ਦੀ ਕੁਲ ਵਿੱਚੋਂ ਸਨ। ਉੱਥੇ ਪ੍ਰਭਾਸ ਤੀਰਥ ਦੇ ਉੱਤੇ ਨਾ ਲੰਮੇ ਪਏ ਸੀ ਅਤੇ ਸੱਜਾ ਪੈਰ ਜਿਹੜਾ ਸੀ ਉਹਨਾਂ ਦਾ ਖੱਬੇ ਗੋਡੇ ਦੇ ਉੱਤੇ ਰੱਖਿਆ ਹੋਇਆ ਸੀ। ਚਰਨ ਕਵਲ ਵਿੱਚ ਪਦਮ ਹੈ, ਝਿਲਮਿਲ ਝਲਕੇ ਵਾਂਗੀ ਤਾਰੇ। ਸ੍ਰੀ ਕ੍ਰਿਸ਼ਨ ਜੀ ਦੇ ਸੱਜੇ ਚਰਨ ਕਮਲ ਦੇ ਵਿੱਚ ਪਦਮ ਦਾ ਚਿੰਨ੍ਹ ਸੀ, ਨਿਸ਼ਾਨ ਸੀ। ਅਤੇ ਦੂਰੋਂ ਜਿਵੇਂ ਤਾਰੇ ਲਿਸ਼ਕਦੇ ਹੁੰਦੇ ਆ ਨਾ, ਇਸ ਤਰ੍ਹਾਂ ਉਹ ਚਰਨਾਂ ਦਾ ਪਦਮ ਚਿੰਨ੍ਹ ਜਿਹੜਾ ਨਿਸ਼ਾਨ ਸੀ ਨਾ ਪਦਮ ਦਾ, ਉਹ ਚਮਕ ਰਿਹਾ ਸੀ। ਬੱਦਕ ਆਇਆ ਭਾਲਦਾ, ਮਿਰਗੈ ਜਾਣ ਬਾਣ ਲੈ ਮਾਰੇ। ਬੱਦਕ ਜਿਹੜਾ ਸ਼ਿਕਾਰੀ ਸੀ ਉਹ ਸ਼ਿਕਾਰ ਭਾਲਦਾ ਉੱਥੇ ਆਇਆ, ਜੰਗਲ ਵਿੱਚ ਉੱਥੇ ਫਿਰ ਰਿਹਾ ਸੀ, ਮੈਨੂੰ ਸ਼ਿਕਾਰ ਲੱਭੇ। ਦੂਰੋਂ ਜਦੋਂ ਇਹ ਚਮਕ ਉਸ ਨੂੰ ਨਜ਼ਰ ਪਈ, ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਦੇ ਵਿੱਚ ਪਦਮ ਦਾ ਚਿੰਨ੍ਹ ਤਾਰੇ ਵਾਂਗ ਚਮਕਦਾ ਦੂਰੋਂ ਜਦੋਂ ਲਿਸ਼ਕਿਆ, ਮਿਰਗੈ ਜਾਣ ਬਾਣ ਲੈ ਮਾਰੇ, ਤਾਂ ਉਸ ਬੱਦਕ ਨੇ, ਸ਼ਿਕਾਰੀ ਨੇ ਸਮਝਿਆ ਵੀ ਇਹ ਹਿਰਨ ਦੀ ਕੋਈ ਅੱਖ ਚਮਕ ਰਹੀ ਹੈ। ਉਸ ਨੇ ਆਪਣੇ ਪੱਥੇ 'ਚੋਂ ਤੀਰ ਕੱਢਿਆ, ਕਮਾਨ 'ਤੇ ਚਾੜ੍ਹ ਕੇ ਤੀਰ ਛੱਡ ਦਿੱਤਾ ਵੀ ਮੈਂ ਸ਼ਿਕਾਰ ਮਾਰ ਲਵਾਂਗਾ। ਕਮਾਨ 'ਚੋਂ ਨਿਕਲਿਆ ਹੋਇਆ ਤੀਰ ਸਿੱਧਾ ਆ ਕੇ ਸ੍ਰੀ ਕ੍ਰਿਸ਼ਨ ਜੀ ਦੇ ਸੱਜੇ ਚਰਨ ਦੇ ਵਿੱਚ ਲੱਗਾ। ਕ੍ਰਿਸ਼ਨ ਜੀ ਨੇ ਵੇਖਿਆ ਤੀਰ ਵੱਜਾ ਹੈ, ਉੱਠ ਕੇ ਤੀਰ ਕੱਢਣ ਲੱਗ ਪਏ। ਦਰਸ਼ਨ ਡਿਠੋ ਸਜਾਏ ਕੈ, ਕਰਨ ਭਲਾਵ ਕਰੇ ਪੁਕਾਰੇ। ਸ਼ਿਕਾਰੀ ਨੇ ਤੀਰ ਚਲਾ ਕੇ ਫਿਰ ਉਧਰ ਨੂੰ ਤੁਰ ਪਿਆ ਵੀ ਸ਼ਿਕਾਰ ਮਾਰ ਲਿਆ ਹੋਵੇਗਾ। ਜਦੋਂ ਨੇੜੇ ਆਇਆ ਕੀ ਵੇਖਦਾ, ਇਹ ਤਾਂ ਹਿਰਨ ਨਹੀਂ, ਇਹ ਤਾਂ ਸ਼੍ਰੀ ਕ੍ਰਿਸ਼ਨ ਜੀ ਹਨ, ਯਾਦਵਾਂ ਦੀ ਕੁਲ ਦੇ ਭੂਸ਼ਣ। ਜਦੋਂ ਨੇੜੇ ਆਇਆ, ਦਰਸ਼ਨ ਕੀਤਾ ਸ੍ਰੀ ਕ੍ਰਿਸ਼ਨ ਜੀ ਦਾ, ਫਿਰ ਰੋਣ ਲੱਗ ਪਿਆ। ਕਰਨ ਪਲਾਵ ਕਰੇ ਪੁਕਾਰੇ, ਰੋਂਦਾ ਹੈ, ਪੁਕਾਰ ਕਰਦਾ ਹੈ ਸ੍ਰੀ ਕ੍ਰਿਸ਼ਨ ਜੀ, ਮੈਥੋਂ ਵੱਡੀ ਭੁੱਲ ਹੋ ਗਈ, ਗੁਨਾਹ ਹੋ ਗਿਆ, ਆਪ ਖਿਮਾ ਕਰ ਦੇਵੋ, ਖਿਮਾ ਕਰਨ ਵਾਲੇ ਹੋ। ਮੈਂ ਜਾਣ ਕੇ ਤੀਰ ਨਹੀਂ ਚਲਾਇਆ, ਮੈਨੂੰ ਦੂਰੋਂ ਇਉਂ ਲੱਗਾ ਸੀ ਵੀ ਇਹ ਹਿਰਨ ਦੀ ਅੱਖ ਹੈ ਚਮਕਦੀ ਹੋਈ, ਅਤੇ ਮੈਂ ਤੀਰ ਚਲਾ ਦਿੱਤਾ ਹੈ। ਬਹੁਤ ਰੋਇਆ, ਬਹੁਤ ਪੁਕਾਰ ਕੀਤੀ ਫਿਰ ਇਸ ਸ਼ਿਕਾਰੀ ਨੇ। ਗਲ ਵਿੱਚ ਲੀਤਾ ਕ੍ਰਿਸ਼ਨ ਜੀ, ਅਵਗਣ ਕੀਤਾ ਹਰ ਨਾ ਚਿਤਾਰੇ। ਸ੍ਰੀ ਕ੍ਰਿਸ਼ਨ ਜੀ ਨੇ ਇਸ ਸ਼ਿਕਾਰੀ ਨੂੰ ਆਪਣੇ ਗਲ ਨਾਲ ਲਾਇਆ ਅਤੇ ਉਹਦੇ ਔਗਣ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਕਹਿੰਦੇ ਕੋਈ ਗੱਲ ਨਹੀਂ, ਇਹ ਇਸੇ ਤਰ੍ਹਾਂ ਹੀ ਹੋਣਾ ਸੀ, ਤੂੰ ਕਿਹੜਾ ਜਾਣ ਕੇ ਤੀਰ ਮਾਰਿਆ। ਔਰ ਫਿਰ ਕ੍ਰਿਸ਼ਨ ਜੀ ਨੇ ਉਹਦੇ ਔਗਣ ਨੂੰ ਬਿਲਕੁਲ ਨਹੀਂ ਚਿਤਾਰਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਔਗਣ ਕੀਤਾ ਹਰ ਨਾ ਚਿਤਾਰੇ। ਔਗਣ ਜੇ ਕੋਈ ਕਰਦਾ ਹੈ, ਇਸੇ ਤਰ੍ਹਾਂ ਹਰੀ ਪਰਮਾਤਮਾ ਉਸਦੇ ਔਗਣਾਂ ਨੂੰ ਚਿਤਾਰਦਾ ਨਹੀਂ ਹੈ। ਕਰ ਕਿਰਪਾ ਸੰਤੋਖਿਆ, ਪਤਤ ਉਦਾਹਰਣ ਬਿਰਧ ਵਿਚਾਰੇ। ਸ਼ਿਕਾਰੀ ਜਿਹੜਾ ਸੀ ਉਹ ਰੋਂਦਾ ਰਿਹਾ, ਪੁਕਾਰਾਂ ਕਰਦਾ ਰਿਹਾ ਵੀ ਹੇ ਭਗਵਾਨ ਜੀ, ਮੈਥੋਂ ਭਾਰੀ ਭੁੱਲ ਹੋਈ ਹੈ। ਪਰ ਕ੍ਰਿਸ਼ਨ ਜੀ ਨੇ ਕਿਰਪਾਲੂ ਹੋ ਕੇ ਉਸ ਨੂੰ ਸੰਤੋਖਿਆ ਤੋਂ ਭਾਵ ਸ਼ਾਂਤ ਕੀਤਾ, ਉਹਨੂੰ ਧੀਰਜ ਦਿੱਤਾ।
ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਪਰਮਾਤਮਾ ਦਾ ਬਿਰਧ ਹੈ, ਉਹਦਾ ਧਰਮ ਹੈ ਕਿ ਉਹ ਪਾਪੀਆਂ ਦਾ ਉਧਾਰ ਕਰਦਾ ਹੈ। ਅਸਲ ਦੇ ਵਿੱਚ ਇੱਕ ਵਾਰ ਯਾਦਵ ਕੁਲ ਦੇ ਕੁਝ ਨੌਜਵਾਨ ਬੱਚੇ ਲੜਕੇ ਜਿਹੜੇ ਸੀ, ਉਹਨਾਂ ਨੇ ਨਾ ਇੱਕ ਲੜਕੇ ਨੂੰ ਬੀਬੀਆਂ ਵਾਲਾ ਪਹਿਰਾਵਾ ਪਵਾਇਆ, ਉਹਦੇ ਪੇਟ 'ਤੇ ਨਾ ਇੱਕ ਕੜਾਹੀ ਬੰਨ੍ਹ ਦਿੱਤੀ ਅਤੇ ਦੁਰਵਾਸਾ ਰਿਸ਼ੀ ਦੇ ਕੋਲ ਆਏ ਸੀ। ਕਹਿੰਦੇ ਦੱਸੋ ਜੀ ਰਿਸ਼ੀ ਜੀ, ਇਹਦੇ ਪੇਟੋਂ ਬੱਚਾ ਹੋਵੇਗਾ ਬੱਚੀ, ਕੌਣ ਜਨਮ ਲਵੇਗਾ? ਤਾਂ ਰਿਸ਼ੀ ਜੀ ਨੇ ਕਿਹਾ ਵੀ ਜਾਓ, ਐਵੇਂ ਮਸ਼ਕਰੀਆਂ ਨਾ ਕਰੋ ਅਤੇ ਚਲੇ ਜਾਓ। ਉਹ ਬੱਚੇ ਨਾ ਮੰਨੇ ਨੌਜਵਾਨ, ਦੱਸੋ? ਅਤੇ ਦੁਰਵਾਸੇ ਨੇ ਕਿਹਾ ਉਹ ਇਹਦੀ ਪੇਟੋਂ ਪੈਦਾ ਹੋਵੇਗਾ ਜਿਹੜਾ ਤੁਹਾਡੀ ਕੁਲ ਦਾ, ਯਾਦਵਾਂ ਦੀ ਕੁਲ ਦਾ ਨਾਸ਼ ਕਰੇਗਾ। ਫਿਰ ਜਦੋਂ ਪਤਾ ਲੱਗਾ, ਉਹ ਸਾਰੀ ਜਿਹੜੀ ਕੜਾਹੀ ਸੀ ਨਾ, ਉਹਨੂੰ ਰੇਤਿਆ ਗਿਆ। ਰੇਤੇ ਦੇ ਨਾਲ ਉਹ ਬੁਰਾਦਾ ਬਣਾ ਕੇ ਸਮੁੰਦਰ 'ਚ ਰੋੜ ਦਿੱਤਾ। ਜਿਹੜਾ ਅਖੀਰਲਾ ਥੋੜ੍ਹਾ ਜਿਹਾ ਟੁਕੜਾ ਬਚਿਆ ਸੀ, ਉੱਥੇ ਜਿੱਥੇ ਰੇਤਿਆ ਸੀ ਉੱਥੇ ਤਿਕੋਨੀ ਦੱਬ ਪੈਦਾ ਹੋ ਗਈ। ਵੱਖ ਵੱਖ ਸ਼ਬਦ ਵਰਤੇ ਜਾਂਦੇ ਨੇ, ਇਲਾਕਿਆਂ ਦੀ ਬੋਲੀ ਹੈ। ਇੱਕ ਵਾਰ ਸਾਰੀ ਯਾਦਵ ਕੁਲ ਉੱਥੇ ਇਕੱਠੀ ਹੋਈ ਸੀ। ਉਹਨਾਂ ਨੇ ਬਹੁਤ ਸਾਰਾ ਰੰਗ ਨਾਚ ਕੀਤਾ, ਸ਼ਰਾਬਾਂ ਪੀਤੀਆਂ, ਨਾਚ ਗਾਣੇ ਉਹਦੇ ਵਿੱਚ ਮਸਤ ਹੋਏ। ਜਦੋਂ ਬਹੁਤਾ ਨਸ਼ਾ ਚੜ੍ਹਿਆ, ਇੱਕ ਦੂਜੇ ਨੂੰ ਗਾਲੀ ਗਲੋਚ ਕਰਨ ਲੱਗ ਪਏ, ਉੱਥੇ ਲੜ ਪਏ। ਪਹਿਲਾਂ ਤਾਂ ਜਿਹੜੇ ਭਾਂਡੇ ਸੀ ਉਹੀ ਚੱਕ ਚੱਕ ਕੇ ਇੱਕ ਦੂਜੇ ਦੇ ਉੱਤੇ ਮਾਰਨ ਲੱਗੇ, ਜ਼ਖਮੀ ਹੋ ਗਏ। ਫਿਰ ਉਹ ਜਿਹੜੀ ਤਿਕੋਨੀ ਦੱਬ ਸੀ ਉਹ ਪੁੱਟ ਕੇ ਇੱਕ ਦੂਜੇ ਨੂੰ ਮਾਰਨ ਲੱਗ ਪਏ। ਉਹ ਸਰਕੜਾ ਜਿਹਾ ਜਿਹੜਾ ਸੀ ਉਹ ਤਲਵਾਰਾਂ ਬਣੀਆਂ, ਚੀਰ ਕੇ ਰੱਖ ਦਿੱਤਾ। ਸਾਰੀ ਯਾਦਵ ਕੁਲ ਜਿਹੜੀ ਸੀ, ਸ੍ਰੀ ਕ੍ਰਿਸ਼ਨ ਜੀ ਰਹਿ ਗਏ ਅਤੇ ਯਾਦਵ ਕੁਲ ਬਾਕੀ ਸਾਰੀ ਖਤਮ ਹੋ ਗਈ। ਕ੍ਰਿਸ਼ਨ ਜੀ ਨੇ ਵੇਖਿਆ ਵੀ ਮੇਰੀ ਯਾਦਵਾਂ ਦੀ ਕੁਲ ਸਾਰੀ ਲੜ ਲੜ ਖੱਪ ਗਈ, ਮਰ ਗਈ ਹੈ। ਉਹਨਾਂ ਦਾ ਕਿਰਿਆ ਕਰਮ ਕੀਤਾ ਅਤੇ ਅਖੀਰ ਪ੍ਰਭਾਸ ਤੀਰਥ 'ਤੇ ਜਿਹੜੀ ਕਥਾ ਭਾਈ ਗੁਰਦਾਸ ਜੀ ਇਸ ਪੌੜੀ 'ਚ ਲਿਖ ਰਹੇ ਹੈ, ਉੱਥੇ ਲੰਮੇ ਪਏ ਸੀ। ਸ਼ਿਕਾਰੀ ਨੇ ਤੀਰ ਮਾਰਿਆ ਅਤੇ ਉਹਨੂੰ ਵੀ ਗਲ ਵਿੱਚ ਲੈ ਲਿਆ। ਕਹਿੰਦੇ ਇਸੇ ਤਰ੍ਹਾਂ ਹੋਣਾ ਸੀ। ਅਤੇ ਕ੍ਰਿਸ਼ਨ ਜੀ ਨੇ ਇਹ ਸ਼ਬਦ ਵੀ ਕਹੇ ਸਨ ਵੀ ਤ੍ਰੇਤੇ ਵਿੱਚ ਮੈਂ ਰਾਮ ਸੀ, ਤੂੰ ਬਾਲੀ ਸੀ। ਦਰਖਤਾਂ ਦੇ ਓਹਲੇ ਹੋ ਕੇ ਤੀਰ ਮਾਰਿਆ ਸੀ, ਤੂੰ ਕਿਹਾ ਸੀ ਵੀ ਸਾਹਮਣੇ ਹੋ ਕੇ ਆਉਂਦਾ। ਉਹ ਬਾਲੀ ਤੂੰ ਸ਼ਿਕਾਰੀ ਬਣਿਆ ਅਤੇ ਮੈਂ ਕ੍ਰਿਸ਼ਨ ਰੂਪ ਵਿੱਚ ਆਇਆ ਹਾਂ। ਉਹ ਜਿਹੜਾ ਪਹਿਲਾ ਬਦਲਾ ਸੀ ਉਹ ਤੂੰ ਲੈ ਲਿਆ। ਇਹ ਕੋਈ ਨਵੀਂ ਗੱਲ ਨਹੀਂ, ਹੁਣ ਤੇਰਾ ਵੀ ਭਲਾ ਹੋਵੇਗਾ। ਇਹਨਾਂ ਕਹਿੰਦਿਆਂ ਹੋਇਆਂ ਕ੍ਰਿਸ਼ਨ ਜੀ ਅੱਖਾਂ ਬੰਦ ਕਰ ਗਏ ਅਤੇ ਥੋੜ੍ਹੇ ਚਿਰ ਬਾਅਦ ਉਹ ਜਿਹੜਾ ਬੱਧਕ ਸ਼ਿਕਾਰੀ ਸੀ ਨਾ, ਉਹਦੇ ਵੀ ਸਵਾਸ ਪੂਰੇ ਹੋ ਗਏ। ਇਸ ਤਰ੍ਹਾਂ ਜਿਹੜੀ ਯਾਦਵਾਂ ਦੀ ਕੁਲ ਸੀ ਨਾ, ਉਹ ਸਾਰੀ ਯਾਦਵ ਕੁਲ ਦਾ ਅੰਤ ਹੋ ਗਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਭਲੇ ਭਲੇ ਕਰ ਮੰਨੀਅਨ, ਬੁਰਿਆਂ ਦੇ ਹਰ ਕਾਜ ਸਵਾਰੇ। ਸਿੱਖਿਆ ਦੇ ਰਹੇ ਭਾਈ ਸਾਹਿਬ ਜੀ, ਭਲੇ ਤਾਂ ਭਲੇ ਕਰਕੇ ਮੰਨੇ ਜਾਂਦੇ ਹੈ, ਉਹਨਾਂ ਨੂੰ ਬੁਰਾ ਕੋਈ ਨਹੀਂ ਆਖਦਾ ਵੀ ਉਹ ਭਲੇ ਹੁੰਦੇ ਹੈ, ਚੰਗੇ ਕੰਮ ਕਰਦੇ ਹੈ। ਪਰ ਜਿਹੜਾ ਪਰਮਾਤਮਾ ਨਾ ਬੁਰਿਆਂ ਦੇ ਹਰ ਕਾਜ ਸਵਾਰੇ, ਪਰਮਾਤਮਾ ਤਾਂ ਐਡਾ ਕਿਰਪਾਲੂ ਹੈ, ਉਹ ਤਾਂ ਬੁਰਿਆਂ ਦੇ ਵੀ ਕਾਰਜ ਸਵਾਰਦਾ ਹੈ, ਉਹਨਾਂ 'ਤੇ ਵੀ ਕਿਰਪਾ ਕਰਦਾ ਹੈ। ਪਾਪ ਕਰੇਂਦੇ ਪਤਿਤ ਉਧਾਰੇ। ਸੋ ਪਾਪ ਕਰਦੇ ਹੋਏ ਜਿਹੜੇ ਪਾਪੀ ਪੁਰਸ਼ ਹਨ, ਉਹਨਾਂ ਦਾ ਵੀ ਵਾਹਿਗੁਰੂ ਪਰਮਾਤਮਾ ਉਧਾਰ ਕਰਦਾ ਹੈ। ਸੋ ਉਹ ਪਾਪੀਆਂ ਦਾ ਵੀ ਭਲਾ ਕਰਦਾ ਹੈ। ਐਸਾ ਕਿਰਪਾਲੂ ਹੈ ਵਾਹਿਗੁਰੂ ਪਰਮਾਤਮਾ, ਐਸਾ ਦਿਆਲੂ ਹੈ। ਸੋ ਇਹ 10ਵੀਂ ਵਾਰ ਦੀ 23ਵੀਂ ਪੌੜੀ ਹੈ। ਇੱਥੇ ਹੀ 10ਵੀਂ ਵਾਰ ਜਿਹੜੀ ਹੈ ਉਹ ਸੰਪੂਰਨ ਹੋ ਜਾਂਦੀ ਹੈ। ਇਸ ਵਾਰ ਦੇ ਵਿੱਚ ਬਹੁਤ ਸਾਰੇ ਪਰਮੇਸ਼ਰ ਦੇ ਪਿਆਰੇ ਸੰਤ ਜਨ, ਭਗਤ ਜਨ, ਉਹਨਾਂ ਦੀਆਂ ਸੰਖੇਪ ਕਥਾਵਾਂ ਭਾਈ ਗੁਰਦਾਸ ਸਾਹਿਬ ਨੇ ਲਿਖੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਭਗਤ ਜਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਫਿਰ ਤੁਸੀਂ ਕਹੋਗੇ ਵੀ ਸਾਰੇ ਜਿਹੜੇ 15 ਭਗਤ ਉਹਨਾਂ ਦਾ ਜੀਵਨ ਕਿਉਂ ਨਹੀਂ ਲਿਖਿਆ, ਥੋੜ੍ਹਿਆਂ ਦਾ ਲਿਖਿਆ।
ਅਸਲ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੂੰ ਜਿਹੜੇ ਜਗਿਆਸੂ ਆਉਂਦੇ ਸਨ ਉਹ ਸਵਾਲ ਕਰਿਆ ਕਰਦੇ ਸਨ, ਭਾਈ ਸਾਹਿਬ ਗਨਕਾ ਬਾਰੇ ਦੱਸੋ, ਭਾਈ ਗੁਰਦਾਸ ਸਾਹਿਬ ਜੀ ਭਗਤ ਨਾਮਦੇਵ ਜੀ ਬਾਰੇ ਸਾਨੂੰ ਦੱਸੋ। ਅਤੇ ਇਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਫਿਰ ਉਹਨਾਂ ਨੂੰ ਉਹ ਕਥਾ ਸੁਣਾਇਆ ਕਰਦੇ ਸਨ। ਜਿਵੇਂ ਜਿਵੇਂ ਸਵਾਲ ਕਰਦੇ ਸਨ ਉਵੇਂ ਉਵੇਂ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਨੂੰ ਸਿੱਖਿਆਵਾਂ ਦਿੰਦੇ ਸਨ। ਸੋ ਇਹ 10ਵੀਂ ਵਾਰ ਸੰਪੂਰਨ ਹੋਈ ਹੈ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦਿਆਂ ਬੇਅੰਤ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਭਲੇ ਭਲੇ ਕਰ ਮੰਨੀਅਨ, ਬੁਰਿਆਂ ਦੇ ਹਰ ਕਾਜ ਸਵਾਰੇ, ਪਾਪ ਕਰਿੰਦੇ ਪਤਿਤ ਉਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਠਾਕ